ਸਤਿ ਸ਼੍ਰੀ ਅਕਾਲ ਜੀ। ਜੀਕੇ ਪੰਜਾਬੀ ਕਹਾਣੀਆਂ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਅੱਜ ਦੀ ਕਹਾਣੀ ਕਰਦੇ ਹਾਂ ਜੀ ਸ਼ੁਰੂ। ਮੇਰੀ ਬੇਟੀ ਸੁਮਨ ਬਿਲਕੁਲ ਗੁਲਾਬ ਦੀ ਤਰ੍ਹਾਂ ਨਾਜ਼ੁਕ ਕਲੀ ਸੀ। ਅਚਾਨਕ ਉਸਦੇ ਚਿਹਰੇ ਤੇ ਉਦਾਸੀ ਆਉਣ ਲੱਗ ਪਈ। ਇੱਕ ਮਾਂ ਹੋਣ ਦੇ ਨਾਤੇ ਜਵਾਨ ਧੀ ਦੀ ਮੈਨੂੰ ਹਰ ਵਕਤ ਫਿਕਰ ਰਹਿੰਦੀ ਸੀ। ਜਦੋਂ ਸੁਮਨ ਦਾ ਇਹ ਬਦਲਿਆ ਹੋਇਆ ਰੂਪ ਦੇਖਿਆ ਤਾਂ ਮੈਂ ਸੱਚਾਈ ਜਾਣਨ ਲਈ ਇਹ ਕਦਮ ਉਠਾਇਆ। ਇੱਕ ਦਿਨ ਮੈਨੂੰ ਸੁਮਨ ਦੇ ਕਮਰੇ ਵਿੱਚ ਲੁਕੀ ਨੂੰ ਕੁਝ ਹੀ ਦੇਰ ਹੋਈ ਸੀ ਤੇ ਜਦੋਂ ਸੁਮਨ ਆਪਣੇ ਕਮਰੇ ਵਿੱਚ ਆਈ ਤਾਂ ਉਸਨੇ ਆਪਣਾ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਕੁੰਡੀ ਲਗਾ ਲਈ ਤੇ ਉਸ ਤੋਂ ਬਾਅਦ ਆਪਣੇ ਕੱਪੜੇ ਉਤਾਰ ਦਿੱਤੇ। ਉਸ ਤੋਂ ਬਾਅਦ ਆਪਣਾ ਫੋਨ ਚੱਕਿਆ ਤੇ ਜੋ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ, ਮੇਰੀ ਤਾਂ ਜਾਨ ਹੀ ਨਿਕਲ ਗਈ। ਮੇਰੀ ਜਵਾਨ ਧੀ ਦੀ ਹਾਲਤ ਦਿਨ ਬ ਦਿਨ ਖਰਾਬ ਹੁੰਦੀ ਜਾ ਰਹੀ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਉਸ ਨੂੰ ਕਿਸੇ ਦੀ ਨਜ਼ਰ ਲੱਗ ਗਈ। ਹਰ ਵਕਤ ਹੱਸਣ ਖੇਡਣ ਵਾਲੀ ਸੁਮਨ ਬਿਲਕੁਲ ਖਾਮੋਸ਼ ਹੋ ਗਈ ਸੀ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਆਖਰ ਸੁਮਨ ਨਾ ਤਾਂ ਮੇਰੇ ਨਾਲ ਗੱਲ ਕਰ ਮੇਰੀ ਗੱਲ ਦਾ ਜਵਾਬ ਦਿੰਦੀ ਸੀ। ਪਹਿਲਾਂ ਮੈਂ ਸੋਚਿਆ ਕਿ ਕਿਸੇ ਪੀਰ ਬਾਬੇ ਨੂੰ ਦਿਖਾ ਦੇਵਾਂ। ਫਿਰ ਮੈਨੂੰ ਅਹਿਸਾਸ ਹੋਇਆ ਕਿ ਇਹ ਗੱਲ ਨਹੀਂ ਜੋ ਮੈਂ ਸਮਝ ਰਹੀ ਹਾਂ। ਗੱਲ ਤਾਂ ਕੁਝ ਹੋਰ ਸੀ ਤੇ ਜਿਸ ਰਾਤ ਮੈਨੂੰ ਉਸ ਦੀ ਸੱਚਾਈ ਸਾਹਮਣੇ ਆਈ, ਮੇਰੀ ਤਾਂ ਜਾਨ ਨਿਕਲ ਗਈ। ਮੈਂ ਤਾਂ ਸੋਚਿਆ ਨਹੀਂ ਸੀ ਕਿ ਮੇਰੀ ਬੇਟੀ ਇੰਨੀ ਵੱਡੀ ਹੋ ਗਈ ਕਿ ਮੇਰੇ ਸੁਮਨ ਵਿੱਚ ਇਹ ਬਦਲਾਵ ਅਚਾਨਕ ਹੀ ਆਇਆ ਸੀ। ਉਹ ਰਾਤ ਨੂੰ ਵੀ ਆਪਣੇ ਕਮਰੇ ਵਿੱਚ ਜਲਦੀ ਚਲੀ ਜਾਂਦੀ ਸੀ ਤੇ ਉਸ ਤੋਂ ਬਾਅਦ ਆਪਣਾ ਕਮਰਾ ਬੰਦ ਕਰ ਲੈਂਦੀ ਸੀ। ਪਹਿਲਾਂ ਤਾਂ ਉਹ ਆਪਣੇ ਕਮਰੇ ਦਾ ਗੇਟ ਖੋਲ੍ਹ ਕੇ ਰੱਖਦੀ ਸੀ ਤੇ ਜਲਦੀ ਸੌਂ ਜਾਂਦੀ ਸੀ। ਮੇਰੇ ਅਤੇ ਸੁਮਨ ਤੋਂ ਇਲਾਵਾ ਸਾਡੇ ਘਰ ਵਿੱਚ ਕੋਈ ਹੋਰ ਨਹੀਂ ਸੀ। ਹਾਂ, ਕੁਝ ਦਿਨ ਪਹਿਲਾਂ ਮੈਂ ਆਪਣੇ ਮਕਾਨ ਦੀ ਉੱਪਰਲੀ ਮੰਜ਼ਿਲ ਕਿਸੇ ਨੂੰ ਕਿਰਾਏ ਤੇ ਦੇ ਰੱਖੀ ਸੀ ਕਿਉਂਕਿ ਸਾਡੇ ਘਰ ਦਾ ਖਰਚਾ ਮੁਸ਼ਕਲ ਨਾਲ ਨਿਕਲ ਰਿਹਾ ਸੀ। ਉਹ ਬਹੁਤ ਹੀ ਸਮਝਦਾਰ ਮੁੰਡਾ ਸੀ। ਉਸ ਦਾ ਆਉਣਾ ਜਾਣਾ ਵੀ ਸਾਡੇ ਹੇਠਲੀ ਮੰਜ਼ਿਲ ਦੇ ਦਰਵਾਜ਼ੇ ਵਿੱਚੋਂ ਦੀ ਸੀ ਕਿਉਂਕਿ ਘਰ ਦਾ ਇੱਕ ਹੀ ਮੇਨ ਗੇਟ ਸੀ, ਪਰ ਉਹ ਸੁਭਾਅ ਦਾ ਵਧੀਆ ਸੀ। ਇਸ ਲਈ ਮੈਨੂੰ ਕੋਈ ਪਰੇਸ਼ਾਨੀ ਨਹੀਂ ਸੀ ਹੋ ਰਹੀ। ਉਹ ਮੈਨੂੰ ਆਂਟੀ ਕਹਿ ਕੇ ਬੁਲਾਉਂਦਾ ਸੀ ਤੇ ਸੁਮਨ ਨੂੰ ਆਪਣੀ ਛੋਟੀ ਭੈਣ ਮੰਨਦਾ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਮੈਂ ਸੁਮਨ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੀ ਸੀ। ਉਹ ਬਿਲਕੁਲ ਚੁੱਪ ਹੋ ਗਈ ਸੀ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਉਸ ਨੂੰ ਕੀ ਹੋ ਗਿਆ। ਪਹਿਲਾਂ ਤਾਂ ਜਿਵੇਂ ਹੀ ਮੈਂ ਫੈਕਟਰੀ ਤੋਂ ਘਰ ਆਉਂਦੀ ਤਾਂ ਉਹ ਮੇਰੇ ਕੋਲ ਬੈਠ ਕੇ ਆਪਣੇ ਸਾਰੇ ਦਿਨ ਦੀਆਂ ਸਾਰੀਆਂ ਗੱਲਾਂ ਬਾਤਾਂ ਕਰਦੀ। ਮੈਂ ਸ਼ਾਮ ਨੂੰ ਘਰ ਆਉਂਦੀ ਸੀ। ਉਸਨੇ ਕਾਲਜ ਤੋਂ ਪੜ੍ਹਾਈ ਪੂਰੀ ਕਰ ਲਈ ਸੀ ਤੇ ਮੇਰੇ ਤੋਂ ਬਾਅਦ ਜੇਕਰ ਕੋਈ ਵੀ ਘਰ ਵਿੱਚ ਆਉਂਦਾ ਜਾਂ ਕੋਈ ਗੱਲਬਾਤ ਹੁੰਦੀ ਤਾਂ ਉਹ ਮੈਨੂੰ ਛੋਟੀ ਗੱਲ ਵੀ ਦੱਸਦੀ ਸੀ। ਉਸਦੀ ਕੋਈ ਵੀ ਸਹੇਲੀ ਨਹੀਂ ਸੀ, ਇਸ ਲਈ ਮੇਰੇ ਨਾਲ ਉਹ ਸਹੇਲੀਆਂ ਵਾਂਗ ਰਹਿੰਦੀ ਸੀ। ਪਰ ਹੁਣ ਜਦੋਂ ਮੈਂ ਘਰ ਵਾਪਸ ਆਉਂਦੀ ਤਾਂ ਸੁਮਨ ਮੇਰੇ ਨਾਲ ਰੁੱਖੀ ਰਹਿੰਦੀ ਸੀ। ਉਹ ਰਾਤ ਨੂੰ ਰੋਟੀ ਖਾ ਕੇ ਜਲਦੀ ਆਪਣੇ ਕਮਰੇ ਵਿੱਚ ਚਲੀ ਜਾਂਦੀ ਤੇ ਦਰਵਾਜ਼ਾ ਬੰਦ ਕਰਕੇ ਸੌਂ ਜਾਂਦੀ। ਉਸ ਦੇ ਚਿਹਰੇ ਤੇ ਉੱਪਰ ਅਜੀਬ ਜਿਹਾ ਡਰ ਮੈਨੂੰ ਮਹਿਸੂਸ ਹੁੰਦਾ ਸੀ। ਸੁਮਨ ਦੇ ਪਾਪਾ ਦੀ ਮੌਤ ਤੋਂ ਬਾਅਦ ਮੈਂ ਸੁਮਨ ਨੂੰ ਬਹੁਤ ਲਾਡ ਪਿਆਰ ਨਾਲ ਪਾਲਿਆ ਸੀ ਕਿਉਂਕਿ ਉਹੀ ਮੇਰੇ ਜਿਉਣ ਦਾ ਸਹਾਰਾ ਸੀ ਤੇ ਮੈਂ ਉਸ ਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਹੋਣ ਦਿੱਤੀ। ਮੈਂ ਆਪਣੀ ਬੇਟੀ ਨੂੰ ਪੁੱਤਾਂ ਵਾਂਗ ਪਾਲਿਆ ਸੀ। ਉਸ ਦੇ ਮੂੰਹ ਵਿੱਚੋਂ ਨਿਕਲਣ ਤੋਂ ਪਹਿਲਾਂ ਹਰ ਇੱਕ ਉਸ ਦੀ ਖੁਆਇਸ਼ ਨੂੰ ਪੂਰਾ ਕਰ ਦਿੰਦੀ ਸੀ। ਸੁਮਨ ਦੇ ਪਾਪਾ ਨੇ ਮੌਤ ਤੋਂ ਪਹਿਲਾਂ ਇਹ ਘਰ ਮੇਰੇ ਨਾਂ ਕਰ ਗਏ ਸਨ। ਹੇਠਲੀ ਮੰਜ਼ਿਲ ਵਿੱਚ ਸਾਡੇ 2 ਕਮਰੇ ਤੇ ਇੱਕ ਹਾਲ ਸੀ ਤੇ ਉੱਪਰਲੀ ਮੰਜ਼ਿਲ ਦੇ ਉੱਪਰ ਇੱਕ ਛੋਟਾ ਜਿਹਾ ਕਮਰਾ ਬਣਿਆ ਹੋਇਆ ਸੀ। ਮੈਂ ਆਪਣੀ ਮਜਬੂਰੀ ਵਿੱਚ ਉਸ ਕਮਰੇ ਨੂੰ ਕਿਰਾਏ ਤੇ ਦੇ ਦਿੱਤਾ। ਇੱਕ ਲੜਕਾ ਸਾਡੇ ਘਰ ਕਿਰਾਏ ਦੇ ਉੱਪਰ ਰਹਿ ਰਿਹਾ ਸੀ। ਉਹ ਦੂਸਰੇ ਸ਼ਹਿਰ ਤੋਂ ਨੌਕਰੀ ਦੀ ਵਜ੍ਹਾ ਕਰਕੇ ਇੱਥੇ ਆਇਆ ਸੀ ਤੇ ਸੁਬਾਹ ਹੁੰਦੇ ਹੀ ਉਹ ਮੇਰੇ ਨਾਲ ਕੰਮ ਤੇ ਨਿਕਲ ਜਾਂਦਾ ਸੀ। ਸੁਮਨ ਸਾਰਾ ਦਿਨ ਘਰ ਵਿੱਚ ਇਕੱਲੀ ਹੁੰਦੀ ਸੀ। ਉਸਨੇ BA ਕਰਨ ਤੋਂ ਬਾਅਦ ਅੱਗੇ ਪੜ੍ਹਾਈ ਨਹੀਂ ਸੀ ਕਰੀ ਤੇ ਉਹ ਘਰ ਦੇ ਕੰਮਕਾਜ ਖੁਦ ਦੇਖ ਲੈਂਦੀ ਸੀ ਕਿਉਂਕਿ ਮੈਂ ਘਰ ਦਾ ਖਰਚਾ ਤੋਰਨ ਲਈ ਸੁਮਨ ਦੇ ਪਾਪਾ ਦੀ ਮੌਤ ਤੋਂ ਬਾਅਦ ਮੈਂ ਇੱਕ ਫੈਕਟਰੀ ਵਿੱਚ ਕੰਮ ਤੇ ਲੱਗ ਗਈ ਸੀ। ਰਾਹੁਲ ਨੂੰ ਜਦੋਂ ਮੈਂ ਘਰ ਵਿੱਚ ਕਿਰਾਏ ਤੇ ਰਹਿਣ ਲਈ ਰੱਖਿਆ ਸੀ ਤਾਂ ਮੈਨੂੰ ਇਸ ਗੱਲ ਦਾ ਭਰੋਸਾ ਸੀ ਕਿ ਉਹ ਮੇਰੇ ਨਾਲ ਹੀ ਆਪਣੀ ਨੌਕਰੀ ਤੇ ਨਿਕਲ ਜਾਂਦਾ ਹੈ, ਸ਼ਾਮ ਨੂੰ ਘਰ ਵਾਪਸ ਆਉਂਦਾ ਸੀ।
ਪਰ ਕਦੇ-ਕਦੇ ਜਦੋਂ ਮੈਨੂੰ ਫੈਕਟਰੀ ਤੋਂ ਜਲਦੀ ਛੁੱਟੀ ਮਿਲ ਜਾਂਦੀ ਤਾਂ ਉਹ ਵੀ ਘਰ ਹੀ ਹੁੰਦਾ ਸੀ। ਉਸ ਦਾ ਨਾਮ ਰਾਹੁਲ ਸੀ। ਉਹ ਦੇਖਣ ਵਿੱਚ ਇੱਕ ਵਧੀਆ ਖਾਨਦਾਨ ਦਾ ਲੜਕਾ ਲੱਗਦਾ ਸੀ। ਫਿਰ ਵੀ ਮੈਂ ਉਸ ਨੂੰ ਆਪਣੇ ਘਰ ਵਿੱਚ ਕਿਰਾਏ ਤੇ ਰੱਖਿਆ ਸੀ ਕਿਉਂਕਿ ਮੈਨੂੰ ਵੀ ਪੈਸਿਆਂ ਦੀ ਬਹੁਤ ਜ਼ਰੂਰਤ ਸੀ। ਸੁਮਨ ਹੁਣ 20 ਸਾਲਾਂ ਦੀ ਹੋ ਗਈ ਸੀ। 20 ਸਾਲਾਂ ਦੇ ਵਿੱਚ ਉਹ ਪੂਰੀ ਤਰ੍ਹਾਂ ਜਵਾਨ ਹੋ ਚੁੱਕੀ ਸੀ ਤੇ 24 ਸਾਲਾਂ ਦੀ ਉਮਰ ਦੀ ਦਿਖਾਈ ਦਿੰਦੀ ਸੀ। ਮੈਂ ਜਲਦੀ ਤੋਂ ਜਲਦੀ ਹੀ ਸੁਮਨ ਦਾ ਵਿਆਹ ਕਰਨਾ ਚਾਹੁੰਦੀ ਸੀ। ਉਸ ਦੇ ਪਾਪਾ ਦੀ ਮੌਤ ਤੋਂ ਬਾਅਦ ਮੈਂ ਇਕੱਲੀ ਨੇ ਹੀ ਘਰ ਦੀ ਜ਼ਿੰਮੇਵਾਰੀ ਚੁੱਕੀ ਸੀ। ਮੈਂ ਦੂਜਾ ਵਿਆਹ ਵੀ ਨਹੀਂ ਸੀ ਕਰਵਾਇਆ। ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਬੇਟੀ ਕਿਸੇ ਸੌਤੇਲੇ ਪਿਓ ਦੇ ਤਾਨੇ ਮਿਹਣੇ ਸੁਣੇ, ਪਰ ਮੇਰੇ ਤੋਂ ਸ਼ਾਇਦ ਇੱਕ ਗਲਤੀ ਹੋ ਗਈ ਸੀ ਕਿਉਂਕਿ ਕਿਸੇ ਅਣਜਾਣ ਤੇ ਵਿਸ਼ਵਾਸ ਕਰਨਾ ਅੱਜ ਦੇ ਜ਼ਮਾਨੇ ਵਿੱਚ ਠੀਕ ਨਹੀਂ ਸੀ। ਇੱਕ ਨਿਗਾਹ ਦੇ ਵਿੱਚ ਕਿਸੇ ਤੇ ਭਰੋਸਾ ਕਰਨਾ ਕਦੇ ਆਪਣੇ ਤੇ ਭਾਰਾ ਵੀ ਪੈ ਸਕਦਾ। ਕਦੇ-ਕਦੇ ਜੋ ਆਪਾਂ ਦੇਖਦੇ ਹਾਂ ਉਹ ਸਹੀ ਨਹੀਂ ਹੁੰਦਾ। ਫੈਕਟਰੀ ਵਿੱਚੋਂ ਜੋ ਮੈਨੂੰ ਤਨਖਾਹ ਮਿਲਦੀ ਸੀ ਉਸ ਦੇ ਨਾਲ ਸਿਰਫ ਘਰ ਦਾ ਖਰਚਾ ਹੀ ਚੱਲਦਾ ਸੀ। ਸੁਮਨ ਦੇ ਵਿਆਹ ਲਈ ਬਹੁਤ ਪੈਸਿਆਂ ਦੀ ਲੋੜ ਸੀ, ਇਸ ਲਈ ਮੈਂ ਰਾਹੁਲ ਨੂੰ ਚੰਗੀ ਰਕਮ ਤੇ ਉੱਪਰਲਾ ਕਮਰਾ ਕਿਰਾਏ ਤੇ ਦਿੱਤਾ ਸੀ ਕਿ ਜੋ ਕਿਰਾਏ ਦੇ ਪੈਸੇ ਹੋਣਗੇ ਉਹਨਾਂ ਨੂੰ ਮੈਂ ਜੋੜ ਕੇ ਸੁਮਨ ਦੇ ਵਿਆਹ ਲਈ ਰੱਖ ਰਹੀ ਸੀ ਤੇ ਚੰਗਾ ਜਿਹਾ ਰਿਸ਼ਤਾ ਦੇ ਕੇ ਸੁਮਨ ਦਾ ਵਿਆਹ ਕਰ ਦੇਵਾਂਗੀ ਤੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਲਵਾਂਗੀ। ਪਰ ਸੁਮਨ ਦੀ ਇਹ ਹਾਲਤ ਦੇਖ ਕੇ ਮੈਨੂੰ ਉਸਨੇ ਬੇਚੈਨੀ ਵਿੱਚ ਪਾ ਦਿੱਤਾ ਸੀ। ਪਹਿਲਾਂ ਜਦੋਂ ਕੋਈ ਵੀ ਪਰੇਸ਼ਾਨੀ ਹੁੰਦੀ ਤਾਂ ਸੁਮਨ ਮੈਨੂੰ ਬੇਝਿਜਕ ਦੱਸ ਦਿੰਦੀ ਸੀ। ਉਹ ਬਹੁਤ ਮਾਸੂਮ ਸੀ। ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਜੇਕਰ ਉਸ ਨੂੰ ਛੋਟੇ ਹੁੰਦਿਆਂ ਵੀ ਕੋਈ ਪਰੇਸ਼ਾਨੀ ਹੁੰਦੀ ਸੀ ਤਾਂ ਉਹ ਮੇਰੇ ਕੋਲ ਝੱਟ ਆਪਣੀ ਦਿਲ ਦੀ ਗੱਲ ਦੱਸ ਦਿੰਦੀ ਸੀ। ਅੱਜ ਮੈਂ ਫੈਕਟਰੀ ਤੋਂ ਛੁੱਟੀ ਲਈ ਸੀ। ਮੈਂ ਹਾਲ ਵਿੱਚ ਬੈਠੀ ਇਹੀ ਸੋਚ ਰਹੀ ਸੀ ਕਿ ਕਿਵੇਂ ਸੁਮਨ ਦੀ ਇਸ ਗੱਲ ਦਾ ਪਤਾ ਕਰਾਂ। ਅਜੇ ਮੈਂ ਸੁਮਨ ਬਾਰੇ ਸੋਚ ਹੀ ਰਹੀ ਸੀ ਕਿ ਰਾਹੁਲ ਅਚਾਨਕ ਘਰ ਆ ਗਿਆ। ਮੈਨੂੰ ਨਮਸਤੇ ਬੁਲਾ ਕੇ ਸੁਮਨ ਵੱਲ ਦੇਖਣ ਲੱਗਾ। ਦਿਨ ਦੇ ਟਾਈਮ ਮੈਂ ਰਾਹੁਲ ਨੂੰ ਘਰ ਵਿੱਚ ਦੇਖ ਕੇ ਬਹੁਤ ਹੈਰਾਨ ਹੋਈ ਕਿਉਂਕਿ ਉਸ ਦੀ ਨੌਕਰੀ ਤਾਂ ਸ਼ਾਮ ਤੱਕ ਹੁੰਦੀ ਸੀ, ਪਰ ਅਜੇ ਤਾਂ ਦਿਨ ਦੇ 12 ਵਜੇ ਸਨ। ਇਹੀ ਸੋਚ ਕੇ ਮੈਨੂੰ ਪਰੇਸ਼ਾਨੀ ਹੋਈ ਕਿ ਉਹ ਪਹਿਲਾਂ ਵੀ ਦਿਨ ਟਾਈਮ ਘਰ ਆਉਂਦਾ ਹੈ। ਰਾਹੁਲ ਮੇਰੇ ਕੋਲ ਬੈਠ ਗਿਆ ਤੇ ਮੇਰੇ ਕੋਲ ਸੁਮਨ ਵੀ ਬੈਠੀ ਹੋਈ ਸੀ। ਜਦੋਂ ਉਸਨੇ ਰਾਹੁਲ ਨੂੰ ਦੇਖਿਆ ਤਾਂ ਉਹ ਚੁੱਪਚਾਪ ਕਿਚਨ ਵਿੱਚ ਚਲੀ ਗਈ, ਪਰ ਰਾਹੁਲ ਦੀਆਂ ਨਜ਼ਰਾਂ ਸੁਮਨ ਨੂੰ ਦੇਖ ਰਹੀਆਂ ਸਨ। ਫਿਰ ਅਸੀਂ ਗੱਲੀ ਲੱਗ ਗਏ ਤੇ ਮੈਂ ਪੁੱਛਣ ਲੱਗੀ ਕਿ ਤੇਰੀ ਨੌਕਰੀ ਕਿਸ ਤਰ੍ਹਾਂ ਚੱਲ ਰਹੀ ਹੈ, ਤਾਂ ਉਸਨੇ ਦੱਸਿਆ ਕਿ ਮੈਂ ਤਾਂ ਹਾਲੇ ਨੌਕਰੀ ਦੀ ਤਲਾਸ਼ ਵਿੱਚ ਹਾਂ ਤੇ ਜਲਦੀ ਨੌਕਰੀ ਮਿਲ ਜਾਵੇਗੀ। ਮੈਂ ਹੈਰਾਨ ਰਹਿ ਗਈ ਕਿਉਂਕਿ ਉਹ ਤਾਂ ਇੱਕ ਵੱਡੀ ਕੰਪਨੀ ਵਿੱਚ ਨੌਕਰੀ ਕਰਦਾ ਸੀ। ਫਿਰ ਉਸ ਨੂੰ ਨੌਕਰੀ ਲੱਭਣ ਦੀ ਕੀ ਲੋੜ ਸੀ? ਤਾਂ ਫਿਰ ਮੇਰੇ ਪੁੱਛਣ ਤੇ ਉਸਨੇ ਦੱਸਿਆ ਕਿ ਮੈਨੂੰ 15 ਦਿਨ ਪਹਿਲਾਂ ਮੇਰੀ ਪਹਿਲਾਂ ਵਾਲੀ ਨੌਕਰੀ ਦਾ ਸਮਾਂ ਪੂਰਾ ਹੋ ਗਿਆ ਸੀ। ਪਹਿਲਾਂ ਵਾਲੀ ਨੌਕਰੀ ਮੇਰੀ ਪ੍ਰਾਈਵੇਟ ਸੀ, ਇਸ ਲਈ ਮੈਂ ਹੁਣ ਹੋਰ ਨਵੀਂ ਨੌਕਰੀ ਦੀ ਭਾਲ ਵਿੱਚ ਹਾਂ। ਉਸਨੇ ਦੱਸਿਆ ਕਿ ਉਹ ਹਰ ਰੋਜ਼ ਕੋਈ ਨਵੀਂ ਜਗ੍ਹਾ ਨੌਕਰੀ ਲੱਭਣ ਲਈ ਗਿਆ, ਪਰ ਨੌਕਰੀ ਲੱਭਣੀ ਕੋਈ ਛੋਟੀ-ਮੋਟੀ ਗੱਲ ਨਹੀਂ। ਉਹ ਵੀ ਹੋਰ ਗੱਲਾਂ ਬੋਲ ਰਿਹਾ ਸੀ, ਪਰ ਮੇਰਾ ਦਿਮਾਗ ਇੱਕ ਗੱਲ ਵਿੱਚ ਹੀ ਖੁੱਭ ਗਿਆ ਕਿ 15 ਦਿਨ ਹੋ ਗਏ ਉਸ ਨੂੰ ਸਾਡੇ ਘਰ ਕਿਰਾਏ ਤੇ ਰਹਿੰਦੇ ਨੂੰ ਤੇ ਉਹ ਪਹਿਲਾਂ ਵੀ ਇਸ ਤਰ੍ਹਾਂ ਦਿਨ ਦੇ ਟਾਈਮ ਘਰ ਆਉਂਦਾ ਹੈ, ਪਰ ਸੁਮਨ ਨੇ ਕਦੇ ਵੀ ਮੈਨੂੰ ਇਹ ਗੱਲ ਨਹੀਂ ਸੀ ਦੱਸੀ। ਮੇਰੇ ਦਿਲ ਵਿੱਚ ਅਜੀਬ ਤਰ੍ਹਾਂ ਦੀਆਂ ਗੱਲਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਜਦੋਂ ਮੈਂ ਰਾਹੁਲ ਦੀਆਂ ਗੱਲਾਂ ਸੁਣੀਆਂ ਤਾਂ ਮੈਨੂੰ ਕਿਸੇ ਅਣਹੋਣੀ ਹੋਣ ਦਾ ਡਰ ਸੀ। ਉਸ ਸਮੇਂ ਜੋ ਮੇਰੇ ਦਿਮਾਗ ਵਿੱਚ ਚੱਲ ਰਿਹਾ ਸੀ ਉਹ ਮੈਂ ਕਿਸੇ ਨੂੰ ਦੱਸ ਵੀ ਨਹੀਂ ਸੀ ਸਕਦੀ। ਦੁਪਹਿਰ ਦੇ ਖਾਣੇ ਸਮੇਂ ਸੁਮਨ ਦੇ ਨਾਲ ਰਾਹੁਲ ਬਾਰੇ ਕਈ ਸਵਾਲ ਕਰੇ ਤਾਂ ਉਹ ਮੇਰੇ ਵੱਲ ਚੌਂਕ ਕੇ ਵੇਖਣ ਲੱਗੀ। ਉਸਨੇ ਮੈਨੂੰ ਸਿਰਫ ਮਾਮੂਲੀ ਜਿਹੀ ਹਾਂ ਹੂੰ ਵਿੱਚ ਜਵਾਬ ਦਿੱਤਾ ਤੇ ਥੋੜੀ ਜਿਹੀ ਰੋਟੀ ਖਾ ਕੇ ਉੱਠ ਖੜੀ ਤੇ ਮੈਂ ਉਸਨੂੰ ਕਿਹਾ ਕਿ ਅੱਜ ਤਾਂ ਤੇਰੀ ਪਸੰਦ ਦੀ ਸਬਜ਼ੀ ਬਣਾਈ ਤੇ ਤੂੰ ਥੋੜੀ ਜਿਹੀ ਰੋਟੀ ਖਾਧੀ ਹੈ। ਤੇ ਸੁਮਨ ਮੈਨੂੰ ਦੇਖ ਕੇ ਮੁਸਕਰਾਈ ਤੇ ਕਹਿਣ ਲੱਗੀ ਕਿ ਮੰਮੀ ਇੰਨੀ ਗਰਮੀ ਹੈ, ਗਰਮੀ ਵਿੱਚ ਕੁਝ ਖਾਣ ਨੂੰ ਦਿਲ ਨਹੀਂ ਕਰਦਾ। ਤੇ ਜਦੋਂ ਸੁਮਨ ਨੇ ਇਹ ਗੱਲ ਕਹੀ ਤਾਂ ਮੈਂ ਹੋਰ ਵੀ ਪਰੇਸ਼ਾਨ ਹੋ ਗਈ ਤੇ ਉਹ ਤਾਂ ਕਹਿੰਦੀ ਸੀ ਕਿ ਗਰਮੀ ਤਾਂ ਵਧੀਆ ਹੁੰਦੀ ਹੈ। ਉਸ ਨੂੰ ਸਾਰੀ ਸਰਦੀ ਖੰਘ ਜ਼ੁਕਾਮ ਲੱਗਿਆ ਰਹਿੰਦਾ ਸੀ, ਇਸ ਕਰਕੇ ਉਸ ਨੂੰ ਠੰਡ ਦੇ ਮੌਸਮ ਤੋਂ ਡਰ ਲੱਗਦਾ ਸੀ। ਅੱਜ ਅਚਾਨਕ ਸੁਮਨ ਨੂੰ ਗਰਮੀ ਦੇ ਮੌਸਮ ਤੋਂ ਵੀ ਪਰੇਸ਼ਾਨੀ ਹੋ ਰਹੀ ਸੀ। ਜਦੋਂ ਉਹ ਰਾਤ ਨੂੰ ਸੌਣ ਲੱਗੀ ਤਾਂ ਮੈਂ ਉਸ ਨੂੰ ਕਿਹਾ ਕਿ ਬੇਟੀ ਦਰਵਾਜ਼ਾ ਖੁੱਲ੍ਹਾ ਰੱਖ ਲੈ
ਤਾਂ ਉਹ ਕਹਿਣ ਲੱਗੀ ਕਿ ਮੰਮੀ ਮੈਨੂੰ ਡਰ ਲੱਗਦਾ, ਮੈਂ ਕਮਰੇ ਦਾ ਦਰਵਾਜ਼ਾ ਖੋਲ ਕੇ ਨਹੀਂ ਤੇ ਮੈਨੂੰ ਡਰ ਲੱਗਦਾ ਹੈ। ਜਦੋਂ ਮੈਂ ਸੁਮਨ ਨੂੰ ਚੰਗੀ ਤਰ੍ਹਾਂ ਦੇਖਿਆ ਤਾਂ ਉਸ ਦਾ ਸਰੀਰ ਮੈਨੂੰ ਬਹੁਤ ਜ਼ਿਆਦਾ ਬਦਲਿਆ ਲੱਗਿਆ ਤੇ ਫਿਰ ਮੈਂ ਉਸ ਨੂੰ ਕਿਹਾ ਕਿ ਅੱਜ ਰਾਤ ਤੂੰ ਮੇਰੇ ਨਾਲ ਸੌਂ ਜਾ। ਪਰ ਸੁਮਨ ਨੇ ਮੇਰੀ ਗੱਲ ਆਲ ਮਟੋਲ ਹੀ ਕਰ ਦਿੱਤੀ। ਪਹਿਲਾਂ ਤਾਂ ਉਹ ਮੇਰੇ ਨਾਲ ਸੌਣ ਦੇ ਬਹਾਨੇ ਲੱਭਦੀ ਹੁੰਦੀ ਸੀ। ਪਹਿਲਾਂ ਤਾਂ ਅਸੀਂ ਮਾਵਾਂ ਧੀਆਂ ਇੱਕ ਕਮਰੇ ਵਿੱਚ ਹੀ ਸੌਂਦੀਆਂ ਸੀ, ਪਰ ਜਦੋਂ ਸੁਮਨ ਨੇ BA ਦੇ ਪੇਪਰਾਂ ਦੇ ਟਾਈਮ ਤੋਂ ਉਹ ਅਲੱਗ ਕਮਰੇ ਵਿੱਚ ਸੌਂਦੀ ਸੀ। ਉਸ ਤੋਂ ਬਾਅਦ ਮੈਂ ਵੀ ਉਸ ਨੂੰ ਆਪਣੇ ਕੋਲ ਕਦੇ ਵੀ ਸੌਣ ਲਈ ਨਹੀਂ ਸੀ ਕਿਹਾ, ਕਿਉਂਕਿ ਮੈਨੂੰ ਪਤਾ ਸੀ ਕਿ ਇੱਕ ਨਾ ਇੱਕ ਦਿਨ ਉਸ ਦਾ ਵਿਆਹ ਹੋ ਜਾਣਾ ਤੇ ਉਸ ਤੋਂ ਬਾਅਦ ਮੈਨੂੰ ਹੋਰ ਵੀ ਜ਼ਿਆਦਾ ਔਖਾ ਹੋਵੇਗਾ ਤੇ ਜਦੋਂ ਸੁਮਨ ਸਹੁਰੀ ਚਲੀ ਗਈ ਤਾਂ ਮੈਨੂੰ ਬਾਅਦ ਵਿੱਚ ਇਕੱਲਾਪਣ ਮਹਿਸੂਸ ਹੋਵੇਗਾ, ਕਿਉਂਕਿ ਸੁਮਨ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ ਸੀ। ਪਰ ਮੈਨੂੰ ਅੱਜ ਇੱਕ ਜਵਾਨ ਧੀ ਨੂੰ ਇਕੱਲਾ ਨਹੀਂ ਸੀ ਛੱਡਣਾ ਚਾਹੀਦਾ। ਹੁਣ ਮੈਨੂੰ ਰਾਹੁਲ ਤੇ ਵੀ ਸ਼ੱਕ ਸੀ। ਇੱਕ ਦਿਨ ਮੈਂ ਰਾਤ ਨੂੰ ਆਪਣੀ ਬੇਟੀ ਨੂੰ ਜ਼ਬਰਦਸਤੀ ਆਪਣੇ ਕੋਲ ਬਿਠਾ ਲਿਆ ਤੇ ਮੈਂ ਉਸ ਨੂੰ ਕਿਹਾ ਕਿ ਆਪਾਂ ਮਾਂ ਬੇਟੀ ਕੁਝ ਗੱਲਾਂ ਕਰਾਂਗੇ। ਇੰਨੇ ਨੂੰ ਰਾਹੁਲ ਵੀ ਪੌੜੀਆਂ ਰਾਹੀਂ ਉਤਰਦਾ ਹੋਇਆ ਥੱਲੇ ਆਇਆ। ਉਹ ਸ਼ਾਇਦ ਬਾਹਰ ਜਾ ਰਿਹਾ ਸੀ, ਪਰ ਸਾਨੂੰ ਦੋਵਾਂ ਮਾਵਾਂ ਧੀਆਂ ਨੂੰ ਬੈਠਿਆਂ ਦੇਖ ਕੇ ਉਹ ਸਾਡੇ ਕੋਲ ਹੀ ਰੁਕ ਗਿਆ। ਅੱਜ ਜਦੋਂ ਰਾਹੁਲ ਸਾਡੇ ਕੋਲ ਆ ਕੇ ਬੈਠ ਗਿਆ ਤਾਂ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ। ਜਦੋਂ ਉਹ ਸਾਡੇ ਕੋਲ ਆਇਆ ਤਾਂ ਮੈਂ ਚੁੱਪ ਹੋ ਗਈ। ਮੈਂ ਤਾਂ ਸੁਮਨ ਨਾਲ ਕੁਝ ਸਮਾਂ ਬੈਠ ਕੇ ਉਸ ਕੋਲੋਂ ਕੁਝ ਗੱਲਾਂ ਪੁੱਛਣੀਆਂ ਚਾਹੁੰਦੀ ਸੀ। ਮੈਂ ਰਾਹੁਲ ਦੇ ਸਾਹਮਣੇ ਸੁਮਨ ਤੋਂ ਕੁਝ ਵੀ ਨਹੀਂ ਸੀ ਪੁੱਛ ਸਕਦੀ। ਫਿਰ ਮੈਂ ਰਾਹੁਲ ਨੂੰ ਕਿਹਾ ਕਿ ਬੇਟੀ ਤੁਸੀਂ ਵੀ ਜਾ ਕੇ ਸੌਂ ਜਾਓ, ਰਾਤ ਬਹੁਤ ਹੋ ਗਈ ਹੈ, ਅਸੀਂ ਵੀ ਹੁਣ ਸੌਂਦੇ ਹਾਂ। ਪਰ ਮੇਰੀਆਂ ਅੱਖਾਂ ਵਿੱਚ ਨੀਂਦ ਕਿੱਥੇ, ਮੈਂ ਤਾਂ ਸਿਰਫ ਉਸ ਨੂੰ ਸਾਡੇ ਕੋਲੋਂ ਜਾਣ ਦਾ ਬਹਾਨਾ ਬਣਾਇਆ ਸੀ। ਰਾਹੁਲ ਵੀ ਮੇਰੀ ਚੁੱਪ ਨੂੰ ਸਮਝ ਗਿਆ ਸੀ ਤੇ ਉਹ ਉੱਠ ਕੇ ਚਲਾ ਗਿਆ। ਮੈਂ ਇਸ ਤੋਂ ਪਹਿਲਾਂ ਰਾਹੁਲ ਤੇ ਵਿਸ਼ਵਾਸ ਵੀ ਕਰਿਆ ਸੀ ਤੇ ਉਸ ਨੂੰ ਬਹੁਤ ਵਧੀਆ ਇਨਸਾਨ ਸਮਝਦੀ ਸੀ, ਪਰ ਮੈਨੂੰ ਹੁਣ ਉਸ ਤੋਂ ਨਫ਼ਰਤ ਹੋਣ ਲੱਗ ਗਈ ਸੀ। ਮੈਨੂੰ ਇੰਜ ਲੱਗ ਰਿਹਾ ਸੀ ਕਿ ਕਿਸੇ ਤੇ ਬਿਨਾਂ ਵਜ੍ਹਾ ਇੰਨਾ ਭਰੋਸਾ ਨਹੀਂ ਸੀ ਕਰਨਾ ਚਾਹੀਦਾ। ਇਨਸਾਨ ਦੀ ਕਦੋਂ ਨੀਅਤ ਬਦਲ ਜਾਵੇ ਕੋਈ ਪਤਾ ਨਹੀਂ ਲੱਗਦਾ। ਰਾਹੁਲ ਆਪਣੇ ਕਮਰੇ ਵਿੱਚ ਚਲਾ ਗਿਆ ਸੀ ਤੇ ਸੁਮਨ ਵੀ ਆਪਣੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰਕੇ ਸੌਂ ਗਈ ਸੀ। ਪਰ ਮੈਨੂੰ ਰਾਹੁਲ ਦੀਆਂ ਨਜ਼ਰਾਂ ਵਿੱਚ ਇੱਕ ਬੇਚੈਨੀ ਜਿਹੀ ਦਿਖਾਈ ਦੇ ਰਹੀ ਸੀ। ਉਸ ਦਾ ਆਨੀ ਬਹਾਨੀ ਥੱਲੇ ਆਉਣਾ ਅਤੇ ਸੁਮਨ ਦੇ ਨਾਲ ਗੱਲਾਂ ਕਰਨ ਦਾ ਮੌਕਾ ਲੱਭਣਾ, ਮੇਰੀ ਗੈਰ ਮੌਜੂਦਗੀ ਵਿੱਚ ਘਰ ਵਿੱਚ ਹੋਣਾ, ਇਹ ਸਭ ਗੱਲਾਂ ਮੈਨੂੰ ਪਰੇਸ਼ਾਨ ਕਰ ਰਹੀਆਂ ਸਨ। ਸਭ ਤੋਂ ਜ਼ਿਆਦਾ ਸੁਮਨ ਦਾ ਬਦਲਿਆ ਹੋਇਆ ਵਿਵਹਾਰ ਤੇ ਉਸ ਦਾ ਸਰੀਰ ਮੈਨੂੰ ਪਰੇਸ਼ਾਨੀ ਚੋਂ ਬਾਹਰ ਨਿਕਲ ਨਹੀਂ ਸੀ ਦਿੰਦਾ। ਮੈਨੂੰ ਫਿਕਰ ਸੀ। ਸਾਰੀ ਰਾਤ ਮੇਰੀ ਅੱਖਾਂ ਵਿੱਚੋਂ ਦੀ ਲੰਘ ਗਈ। ਉਧਰ ਜਦੋਂ ਸੁਮਨ ਸੁਬਾਹ ਉੱਠੀ ਤਾਂ ਉਸ ਦਾ ਚਿਹਰਾ ਵੀ ਫਿੱਕਾ ਜਿਹਾ ਲੱਗਦਾ ਸੀ, ਜਿਵੇਂ ਉਹ ਪੂਰੀ ਰਾਤ ਸੁੱਤੀ ਨਾ ਹੋਵੇ। ਮੈਂ ਫੈਕਟਰੀ ਵਿੱਚੋਂ ਬਹੁਤ ਜ਼ਿਆਦਾ ਛੁੱਟੀ ਨਹੀਂ ਸੀ ਲੈ ਸਕਦੀ, ਇਸ ਲਈ ਮੈਂ ਮਜਬੂਰ ਨੇ ਇਕੱਲੀ ਸੁਮਨ ਨੂੰ ਘਰ ਵਿੱਚ ਛੱਡਣ ਲਈ ਮਜਬੂਰ ਸੀ। ਮੈਂ ਫੈਕਟਰੀ ਵਿੱਚ ਕੰਮ ਤੇ ਚਲੀ ਤਾਂ ਗਈ, ਪਰ ਸਾਰਾ ਦਿਨ ਮੇਰਾ ਧਿਆਨ ਘਰੇ ਸੀ ਤੇ ਮੇਰਾ ਆਪਣੇ ਕੰਮ ਵਿੱਚ ਮਨ ਵੀ ਨਹੀਂ ਸੀ ਲੱਗ ਰਿਹਾ। ਮੈਂ ਸਿਰ ਦਰਦ ਦਾ ਬਹਾਨਾ ਬਣਾ ਕੇ ਅੱਧੇ ਦਿਨ ਹੀ ਘਰ ਆ ਗਈ। ਘਰ ਦੇ ਮੇਨ ਦਰਵਾਜ਼ੇ ਦੀ ਇੱਕ ਚਾਬੀ ਮੇਰੇ ਕੋਲ ਹਮੇਸ਼ਾ ਹੁੰਦੀ ਸੀ। ਦੁਪਹਿਰ ਦਾ ਟਾਈਮ ਸੀ। ਮੈਂ ਸੋਚਿਆ ਮੈਂ ਉਸ ਚਾਬੀ ਨਾਲ ਹੀ ਦਰਵਾਜ਼ਾ ਖੋਲ੍ਹ ਲਵਾਂਗੀ। ਜਦੋਂ ਮੈਂ ਅੰਦਰ ਗਈ ਤਾਂ ਰਾਹੁਲ ਉਸ ਵਕਤ ਵੀ ਸਾਡੇ ਘਰ ਵਿੱਚ ਸੁਮਨ ਦੇ ਕੋਲ ਸੀ। ਮੇਰੇ ਤਾਂ ਜਿਵੇਂ ਸਰੀਰ ਨੂੰ ਅੱਗ ਹੀ ਲੱਗ ਗਈ। ਮੈਨੂੰ ਅੱਜ ਕੀ ਹੋ ਗਿਆ ਸੀ ਕਿ ਰਾਹੁਲ ਅਤੇ ਸੁਮਨ ਵਿੱਚ ਕੁਝ ਅਜਿਹਾ ਚੱਲ ਰਿਹਾ ਸੀ ਜਿਸ ਕਰਕੇ ਉਸ ਦਾ ਸਰੀਰ ਇਸ ਤਰ੍ਹਾਂ ਹੋਇਆ ਸੀ। ਸੁਮਨ ਵੀ ਜਵਾਨ ਸੀ ਤੇ ਉਧਰੋਂ ਰਾਹੁਲ ਵੀ ਸੁਮਨ ਦਾ ਹਮ ਉਮਰ ਸੀ। ਸੁਮਨ ਜਵਾਨ ਸੀ ਤੇ ਬਹੁਤ ਜ਼ਿਆਦਾ ਸੋਹਣੀ ਸੀ। ਮੈਨੂੰ ਅੱਜ ਲੱਗ ਰਿਹਾ ਸੀ ਕਿ ਰਾਹੁਲ ਨੇ ਸੁਮਨ ਦੇ ਨਾਲ ਕੁਝ ਅਜਿਹਾ ਤਾਂ ਨਹੀਂ ਕਰ ਦਿੱਤਾ। ਮੇਰੇ ਅੰਦਰ ਕਈ ਤਰ੍ਹਾਂ ਦੇ ਸਵਾਲ ਚੱਲ ਰਹੇ ਸਨ। ਮੈਂ ਮਨ ਵਿੱਚ ਸੋਚ ਰਹੀ ਸੀ ਕਿ ਅੱਜ ਰਾਹੁਲ ਨੂੰ ਆਪਣੇ ਘਰ ਤੋਂ ਬਾਹਰ ਕੱਢ ਦੇਵਾਂਗੀ ਤੇ ਕਦੇ ਵੀ ਆਪਣੇ ਘਰ ਵਿੱਚ ਕਿਰਾਏਦਾਰ ਨਹੀਂ ਰੱਖਾਂਗੀ। ਮੇਰੀ ਬੇਟੀ ਦੇ ਮਨ ਵਿੱਚ ਬਹੁਤ ਵੱਡਾ ਰਾਜ ਸੀ। ਮੈਂ ਇਸ ਰਾਜ ਨੂੰ ਜਾਣਨਾ ਚਾਹੁੰਦੀ ਸੀ। ਰਾਹੁਲ ਦੇ ਆਉਣ ਤੋਂ ਪਹਿਲਾਂ ਸੁਮਨ ਆਮ ਜ਼ਿੰਦਗੀ ਜੀ ਰਹੀ ਸੀ ਤੇ ਮੇਰੇ ਨਾਲ ਬੱਚਿਆਂ ਵਾਂਗ ਰਹਿੰਦੀ ਸੀ। ਸਾਰਾ ਦਿਨ ਹੱਸਦੀ ਖੇਡਦੀ ਸੀ। ਅੱਜ ਰਾਤ ਮੈਂ ਸੋਚ ਲਿਆ ਸੀ ਕਿ ਇਸ ਗੱਲ ਦਾ ਪਤਾ ਲਗਾ ਕੇ ਹੀ ਰਹਾਂਗੀ। ਜਦੋਂ ਸੁਮਨ ਆਪਣੇ ਕਮਰੇ ਵਿੱਚ ਰਾਤ ਨੂੰ ਜਾਣ ਲੱਗੀ ਤਾਂ ਮੈਂ ਉਸ ਨੂੰ ਕਿਹਾ ਕਿ ਬਾਹਰਲਾ ਦਰਵਾਜ਼ਾ ਚੈੱਕ ਕਰਕੇ ਆ। ਜਿਉਂ ਹੀ ਸੁਮਨ ਬਾਹਰ ਵੱਲ ਗਈ
ਤਾਂ ਮੈਂ ਉਸ ਸਮੇਂ ਉਸਦੇ ਕਮਰੇ ਵਿੱਚ ਲੁਕ ਗਈ। ਜਦੋਂ ਉਹ ਆਪਣੇ ਕਮਰੇ ਵਿੱਚ ਆਈ ਤਾਂ ਉਸਦੇ ਨਾਲ ਦੀ ਨਾਲ ਦਰਵਾਜ਼ੇ ਦੀ ਕੁੰਡੀ ਲਗਾ ਲਈ। ਮੈਨੂੰ ਸਮਝ ਨਹੀਂ ਸੀ ਆ ਰਹੀ। ਘਰ ਵਿੱਚ ਅਸੀਂ ਦੋਵੇਂ ਮਾਵਾਂ ਧੀਆਂ ਹੀ ਸੀ ਤੇ ਉਸਨੂੰ ਕੁੰਡੀ ਲਗਾਉਣ ਦੀ ਕੀ ਜ਼ਰੂਰਤ ਸੀ। ਜਦੋਂ ਉਸਨੇ ਬਾਅਦ ਵਿੱਚ ਆਪਣੇ ਕੱਪੜੇ ਉਤਾਰੇ ਤਾਂ ਮੇਰੀ ਤਾਂ ਜਾਨ ਹੀ ਨਿਕਲ ਗਈ। ਸੁਮਨ ਰਾਤ ਨੂੰ ਆਪਣੇ ਕੱਪੜੇ ਕਿਉਂ ਉਤਾਰ ਰਹੀ ਹੈ? ਕਿਤੇ ਕਮਰੇ ਵਿੱਚ ਰਾਹੁਲ ਤਾਂ ਨਹੀਂ? ਮੈਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਸੁਮਨ ਅਤੇ ਰਾਹੁਲ ਵਿੱਚ ਕੁਝ ਚੱਲ ਰਿਹਾ ਹੈ। ਉਹਨਾਂ ਨੇ ਮੇਰੀ ਗੈਰ ਮੌਜੂਦਗੀ ਵਿੱਚ ਕੁਝ ਗਲਤ ਕਰ ਲਿਆ ਸੀ। ਫਿਰ ਮੈਂ ਸਾਰੇ ਕਮਰੇ ਨੂੰ ਇੱਕ ਅੱਖ ਦੇ ਨਾਲ ਦੇਖਿਆ, ਪਰ ਮੈਨੂੰ ਕਿਤੇ ਵੀ ਕੁਝ ਨਜ਼ਰ ਨਾ ਆਇਆ। ਜਦੋਂ ਉਸਨੇ ਆਪਣੇ ਕੱਪੜੇ ਉਤਾਰੇ ਤੇ ਆਪਣਾ ਮੋਬਾਈਲ ਫੋਨ ਚੱਕਿਆ ਤਾਂ ਮੇਰੀ ਤਾਂ ਜਾਨ ਨਿਕਲ ਗਈ। ਪਰ ਉਸਨੇ ਆਪਣੇ ਫੋਨ ਦੀ ਲਾਈਟ ਆਨ ਕਰੀ। ਉਸ ਸਮੇਂ ਕਮਰੇ ਵਿੱਚ ਹਨੇਰਾ ਸੀ। ਉਸ ਤੋਂ ਬਾਅਦ ਸੁਮਨ ਨੇ ਮੋਬਾਈਲ ਦੀ ਰੌਸ਼ਨੀ ਵਿੱਚ ਆਪਣੀ ਅਲਮਾਰੀ ਵਿੱਚੋਂ ਗੋਲ ਡੱਬੀ ਕੱਢੀ ਅਤੇ ਡੱਬੀ ਵਿੱਚੋਂ ਕਰੀਮ ਕੱਢ ਕੇ ਆਪਣੇ ਸਾਰੇ ਸਰੀਰ ਤੇ ਲਗਾਉਣ ਲੱਗੀ। ਉਸਦੇ ਸਰੀਰ ਦੇ ਅੰਦਰੂਨੀ ਅੰਗਾਂ ਤੇ ਜ਼ਖਮ ਬਣੇ ਹੋਏ ਸਨ। ਮੇਰੀ ਤਾਂ ਜਾਨ ਨਿਕਲ ਗਈ ਕਿ ਸੁਮਨ ਨੂੰ ਕੋਈ ਅਜੀਬ ਬਿਮਾਰੀ ਲੱਗੀ ਹੋਈ ਹੈ ਤੇ ਉਸ ਨੂੰ ਅੰਦਰੂਨੀ ਬਿਮਾਰੀ ਦੀ ਇਹ ਤਕਲੀਫ ਹੈ, ਕਿਉਂਕਿ ਜਦੋਂ ਉਹ ਕਰੀਮ ਲਗਾ ਰਹੀ ਸੀ ਤਾਂ ਉਹ ਦਰਦ ਮਹਿਸੂਸ ਕਰ ਰਹੀ ਸੀ ਤੇ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਵੀ ਡਿੱਗ ਰਿਹਾ ਸੀ। ਜਦੋਂ ਮੈਂ ਉਸ ਨੂੰ ਅੱਖਾਂ ਵਿੱਚੋਂ ਪਾਣੀ ਦੇਖਿਆ ਤਾਂ ਮੇਰਾ ਵੀ ਸਰੀਰ ਕੰਬ ਗਿਆ ਸੀ। ਮੈਂ ਤਾਂ ਗਲਤ ਫਹਿਮੀ ਦੇ ਚੱਲਦੇ ਸੁਮਨ ਦੇ ਬਾਰੇ ਗਲਤ ਸੋਚ ਰਹੀ ਸੀ। ਮੈਥੋਂ ਰਿਹਾ ਨਾ ਗਿਆ ਤੇ ਮੈਂ ਪਰਦੇ ਪਿੱਛੋਂ ਨਿਕਲ ਕੇ ਸੁਮਨ ਦੇ ਕੋਲ ਚਲੀ ਗਈ ਤੇ ਉਸ ਨੂੰ ਦੇਖ ਕੇ ਪਰੇਸ਼ਾਨ ਹੋ ਗਈ। ਤਾਂ ਸੁਮਨ ਆਪਣੇ ਕੱਪੜੇ ਪਾਉਣ ਲੱਗੀ। ਮੈਂ ਉਸ ਦਾ ਹੱਥ ਫੜ ਕੇ ਰੋਕ ਲਿਆ ਅਤੇ ਉਸ ਨੂੰ ਕਿਹਾ ਕਿ ਸੁਮਨ ਪੁੱਤ, ਤੈਨੂੰ ਇਹ ਕੀ ਹੋ ਗਿਆ? ਤਾਂ ਸੁਮਨ ਰੋਣ ਲੱਗ ਪਈ ਤੇ ਬੋਲੀ, ਮੰਮੀ ਮੈਨੂੰ ਸ਼ਰਮ ਆ ਰਹੀ ਸੀ, ਇਸ ਕਰਕੇ ਮੈਂ ਤੁਹਾਨੂੰ ਆਪਣੀ ਇਸ ਅੰਦਰੂਨੀ ਬਿਮਾਰੀ ਬਾਰੇ ਨਹੀਂ ਦੱਸਿਆ। ਮੈਂ ਤੁਹਾਨੂੰ ਪਰੇਸ਼ਾਨ ਨਹੀਂ ਸੀ ਕਰਨਾ ਚਾਹੁੰਦੀ। ਮੈਨੂੰ ਤੁਹਾਡੇ ਤੋਂ ਸ਼ਰਮ ਆਉਂਦੀ ਸੀ ਕਿ ਮੈਂ ਤੁਹਾਡੇ ਨਾਲ ਇਹ ਗੱਲ ਕਿਵੇਂ ਕਰਾਂ। ਮੈਂ ਇੱਕ ਦਿਨ ਤੁਹਾਡੇ ਕੰਮ ਤੇ ਜਾਣ ਤੋਂ ਬਾਅਦ ਬਹੁਤ ਜ਼ਿਆਦਾ ਤਕਲੀਫ ਸੀ। ਮੇਰਾ ਦਰਦ ਨਾਲ ਬੁਰਾ ਹਾਲ ਸੀ ਤੇ ਜਦੋਂ ਰਾਹੁਲ ਘਰ ਆਇਆ ਤਾਂ ਉਸਨੇ ਮੈਨੂੰ ਰੋਂਦੇ ਹੋਏ ਦੇਖਿਆ। ਤੂੰ ਮੇਰੇ ਤੋਂ ਇਸ ਦਾ ਕਾਰਨ ਪੁੱਛਿਆ। ਉਸਨੇ ਮੈਨੂੰ ਕਿਹਾ ਕਿ ਭੈਣੇ, ਮੈਨੂੰ ਦੱਸ ਤੈਨੂੰ ਕੀ ਤਕਲੀਫ ਹੈ? ਤੂੰ ਮੈਨੂੰ ਗੱਲ ਕਰ ਸਕਦੀ ਹੈ। ਮੈਂ ਪਹਿਲਾਂ ਤਾਂ ਡਰ ਗਈ ਤੇ ਮੈਨੂੰ ਸ਼ਰਮ ਵੀ ਆ ਰਹੀ ਸੀ, ਪਰ ਮੈਂ ਉਸ ਨੂੰ ਦੱਸਿਆ ਕਿ ਮੇਰੇ ਸਰੀਰ ਉੱਪਰ ਇਸ ਤਰ੍ਹਾਂ ਜ਼ਖਮ ਹਨ। ਫਿਰ ਮੈਨੂੰ ਉਸਨੇ ਕਿਹਾ ਕਿ ਮੈਂ ਤੈਨੂੰ ਇੱਕ ਦਵਾਈ ਲਿਆ ਕੇ ਦਿੰਦਾ ਹਾਂ। ਫਿਰ ਰਾਹੁਲ ਨੇ ਮੈਨੂੰ ਇਹ ਕਰੀਮ ਲਿਆ ਕੇ ਦਿੱਤੀ ਤੇ ਉਸਨੇ ਮੈਨੂੰ ਕਿਹਾ ਕਿ ਤੂੰ ਇਸ ਨੂੰ ਲਗਾਤਾਰ 15 ਦਿਨ ਲਗਾ, ਤੈਨੂੰ ਆਰਾਮ ਮਿਲ ਜਾਵੇਗਾ। ਤਾਂ ਉਸਨੇ ਮੈਨੂੰ ਕਿਹਾ ਕਿ ਇਹ ਚਮੜੀ ਰੋਗ ਹੈ। ਤੁਸੀਂ ਤਾਂ ਪਹਿਲਾਂ ਹੀ ਥੱਕੇ ਹਾਰੇ ਆਪਣੀ ਫੈਕਟਰੀ ਤੋਂ ਆਉਂਦੇ ਸੀ। ਮੈਂ ਨਹੀਂ ਸੀ ਚਾਹੁੰਦੀ ਕਿ ਮੈਂ ਤੁਹਾਨੂੰ ਪਰੇਸ਼ਾਨ ਕਰਾਂ। ਮੈਨੂੰ ਆਪਣੀ ਤਕਲੀਫ ਵਿੱਚ ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ, ਪਰ ਜਦੋਂ ਰਾਹੁਲ ਵੀਰੇ ਨੇ ਮੈਨੂੰ ਇਹ ਮਲਮ ਦਿੱਤੀ ਤਾਂ ਮੈਨੂੰ ਥੋੜੀ ਬਹੁਤ ਰਾਹਤ ਮਿਲੀ। ਜਦੋਂ ਮੈਂ ਰਾਹੁਲ ਬਾਰੇ ਇਹ ਗੱਲ ਸੁਣੀ ਤਾਂ ਮੈਨੂੰ ਆਪਣੇ ਆਪ ਤੇ ਸ਼ਰਮ ਆ ਰਹੀ ਸੀ ਕਿ ਮੈਂ ਰਾਹੁਲ ਨੂੰ ਗਲਤ ਸਮਝ ਰਹੀ ਸੀ ਤੇ ਮੈਂ ਅੰਦਰੋਂ ਅੰਦਰੀ ਉਸ ਨਾਲ ਨਫ਼ਰਤ ਕਰ ਰਹੀ ਸੀ। ਫਿਰ ਮੈਨੂੰ ਸੁਮਨ ਨੇ ਕਿਹਾ ਕਿ ਮੰਮੀ, ਤੁਸੀਂ ਤਾਂ ਮੇਰੇ ਲਈ ਇੱਕ ਮਸੀਹਾ ਹੋ। ਤੁਸੀਂ ਹਮੇਸ਼ਾ ਆਪਣੀਆਂ ਖੁਆਇਸ਼ਾਂ ਨੂੰ ਦਬਾ ਕੇ ਰੱਖਿਆ ਅਤੇ ਮੇਰੀ ਹਰ ਮੰਗ ਤੁਸੀਂ ਪੂਰੀ ਕਰੀ। ਮੈਂ ਜਾਣਦੀ ਹਾਂ ਕਿ ਤੁਸੀਂ ਰਾਹੁਲ ਨੂੰ ਕਿਉਂ ਕਿਰਾਏ ਤੇ ਰੱਖਿਆ ਹੈ, ਜੋ ਕਿ ਮੇਰਾ ਵਿਆਹ ਵਧੀਆ ਕਰ ਸਕੂੰ। ਮੈਨੂੰ ਆਪਣੇ ਘਰ ਦੇ ਹਾਲਤ ਦਾ ਪਤਾ ਸੀ, ਇਸ ਲਈ ਮੈਂ ਤੁਹਾਨੂੰ ਪਰੇਸ਼ਾਨ ਨਹੀਂ ਸੀ ਕਰਨਾ ਚਾਹੁੰਦੀ। ਮੈਨੂੰ ਆਪਣੇ ਆਪ ਤੇ ਸ਼ਰਮ ਆ ਰਹੀ ਸੀ ਕਿ ਮੈਂ ਆਪਣੀ ਬੇਟੀ ਨੂੰ ਗਲਤ ਸਮਝਿਆ ਤੇ ਮੈਂ ਸੁਮਨ ਨੂੰ ਅਗਲੇ ਦਿਨ ਕਿਹਾ ਕਿ ਚੱਲ ਮੈਂ ਤੈਨੂੰ ਕਿਸੇ ਡਾਕਟਰ ਕੋਲ ਲੈ ਕੇ ਚੱਲਦੀ ਹਾਂ। ਤਾਂ ਸੁਮਨ ਨੇ ਕਿਹਾ ਕਿ ਮੰਮੀ, ਮੈਂ ਕਿਸੇ ਡਾਕਟਰ ਕੋਲ ਨਹੀਂ ਜਾਣਾ ਚਾਹੁੰਦੀ, ਕਿਉਂਕਿ ਉਹ ਕੁਆਰੀ ਕੁੜੀ ਸੀ ਅਤੇ ਕਿਸੇ ਨਾਲ ਆਪਣੀ ਅੰਦਰੂਨੀ ਬਿਮਾਰੀ ਸ਼ੇਅਰ ਨਹੀਂ ਸੀ ਕਰਨਾ ਚਾਹੁੰਦੀ। ਪਰ ਮੈਂ ਉਸ ਨੂੰ ਧੱਕੇ ਨਾਲ ਇੱਕ ਡਾਕਟਰ ਕੋਲ ਲੈ ਗਈ। ਰਾਹੁਲ ਵੀ ਆਪਣੀ ਨੌਕਰੀ ਦੀ ਭਾਲ ਵਿੱਚ ਬਾਹਰ ਜਾ ਰਿਹਾ ਸੀ। ਮੈਂ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਰਾਹੁਲ ਬੇਟਾ, ਤੁਸੀਂ ਤਾਂ ਮੇਰੇ ਲਈ ਫਰਿਸ਼ਤੇ ਹੋ, ਜੋ ਮੇਰੀ ਗੈਰ ਮੌਜੂਦਗੀ ਵਿੱਚ ਮੇਰੀ ਬੇਟੀ ਦਾ ਤੁਸੀਂ ਖਿਆਲ ਰੱਖਿਆ। ਰਾਹੁਲ ਨੇ ਕਿਹਾ ਕਿ ਹੁਣ ਮਾਸੀ ਜੀ, ਤੁਸੀਂ ਇਹ ਨਾ ਕਹੋ, ਇਹ ਤਾਂ ਮੇਰਾ ਇੱਕ ਭਰਾ ਹੋਣ ਦੇ ਨਾਤੇ ਫਰਜ਼ ਬਣਦਾ ਸੀ। ਸੁਮਨ ਮੇਰੀ ਛੋਟੀ ਭੈਣ ਦੀ ਤਰ੍ਹਾਂ ਹੈ।
ਮੈਂ ਤਾਂ ਇਸ ਦੀ ਬਿਮਾਰੀ ਬਾਰੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ, ਪਰ ਮੈਨੂੰ ਸੁਮਨ ਨੇ ਹੀ ਰੋਕ ਦਿੱਤਾ। ਇਸ ਕਰਕੇ ਮੈਂ ਚੁੱਪ ਰਿਹਾ। ਫਿਰ ਰਾਹੁਲ ਨੇ ਕਿਹਾ ਕਿ ਜੀ ਮੈਂ ਬਾਹਰ ਜਾਣਾ। ਮੈਂ ਉਸ ਨੂੰ ਪੁੱਛਿਆ ਕਿ ਬੇਟਾ ਤੁਹਾਨੂੰ ਨੌਕਰੀ ਮਿਲ ਗਈ ਕਿ ਨਹੀਂ, ਤਾਂ ਰਾਹੁਲ ਨੇ ਕਿਹਾ ਆਂਟੀ ਜੀ ਮੈਂ ਤਾਂ ਮਠਿਆਈ ਦਾ ਡੱਬਾ ਲੈਣ ਜਾ ਰਿਹਾ ਸੀ, ਮੈਨੂੰ ਵਧੀਆ ਨੌਕਰੀ ਮਿਲ ਗਈ। ਜਦੋਂ ਉਸਨੇ ਆਪਣੀ ਨੌਕਰੀ ਦੀ ਗੱਲ ਦੱਸੀ ਤਾਂ ਸੁਮਨ ਨੇ ਵੀ ਉਸ ਨੂੰ ਘੁੱਟ ਕੇ ਜੱਫੀ ਪਾ ਲਈ। ਕਿਹਾ ਵੀਰੇ ਤੁਹਾਨੂੰ ਨੌਕਰੀ ਮਿਲ ਗਈ, ਮੈਨੂੰ ਵੀ ਇੱਕ ਪੁੱਤ ਦੇ ਰੂਪ ਵਿੱਚ ਰਾਹੁਲ ਮਿਲ ਗਿਆ ਸੀ। ਅੱਜ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਕਈ ਵਾਰ ਆਪਣੇ ਨਾਲੋਂ ਵੱਧ ਬੇਗਾਨੇ ਸਾਥ ਦਿੰਦੇ ਹਨ। ਮੈਂ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਨ ਲੱਗੀ ਤੇ ਕਿਹਾ ਕਿ ਪ੍ਰਮਾਤਮਾ ਚੰਗੇ ਲੋਕਾਂ ਦੇ ਨਾਲ ਚੰਗਾ ਹੀ ਕਰਦਾ ਹੈ। ਰਾਹੁਲ ਨੇ ਮੇਰੀ ਬੇਟੀ ਦਾ ਧਿਆਨ ਰੱਖਿਆ ਅਤੇ ਉਸ ਨੂੰ ਤਕਲੀਫ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੀ। ਇਸ ਲਈ ਪ੍ਰਮਾਤਮਾ ਨੇ ਉਸ ਨੂੰ ਵੀ ਵਧੀਆ ਨੌਕਰੀ ਦੇ ਦਿੱਤੀ। ਹਾਂਜੀ ਦੋਸਤੋ, ਤੁਹਾਨੂੰ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ? ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ। ਕੱਲ੍ਹ ਨੂੰ ਮਿਲਾਂਗੇ ਜੀ।